ਗੁਰਤਾ ਗੱਦੀ ਤੇ ਬਿਰਾਜਮਾਨ ਦੀਨਾ ਬੰਧੂ ਪਤਿਤ ਪਾਵਨ ਸ਼ਬਦ ਬਾਣੀ ਦੇ ਅਵਤਾਰ ਹਾਲਤ ਪਲਤ ਦੇ ਰੱਖਿਅਕ ਲੋਕ ਪਰਲੋਕ ਸੁਹੇਲਾ ਕਰਨ ਵਾਲੇ ਦੀਨ ਦੁਨੀਆ ਦੇ ਵਾਲੀ ਰਹਿਮਤਾਂ ਦੇ ਸਾਗਰ ਸ਼ਾਹੇ ਸ਼ਹਿਨਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਨਾਨਕ ਨਾਮ ਲੇਵਾ ਸਮੂਹ ਸਾਧ ਸੰਗਤ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸ਼ਰਧਾ ਤੇ ਭਾਵਨਾ ਦੇ ਸਹਿਤ ਆਪ ਜੀ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਿਨਾਂ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸ਼ਾਮ ਦੇ ਦੀਵਾਨ ਸੱਜੇ ਹੋਏ ਦੀਵਾਨਾਂ ਦੇ ਅੰਦਰ ਸਤਿਕਾਰਯੋਗ ਮਾਈਆਂ ਬੀਬੀਆਂ ਭੈਣਾਂ ਨੇ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ। ਹੁਣ ਸਮਾਂ ਹੈ ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣ ਉਹਨਾਂ ਦੀ ਲਿਖਤ ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੇ ਵਿੱਚੋਂ ਆਪਾਂ ਸਰਵਣ ਕਰਨੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਚੌਂਕੀਆਂ ਜਿਹੜੀਆਂ ਨੇ ਇਹ ਤੋਰੀਆਂ, ਇਹਦੇ ਪਿੱਛੇ ਇਤਿਹਾਸ ਕੀ ਆ ਉਹ ਕਵੀ ਸਾਹਿਬ ਜੀ ਨੇ ਜਿਹੜਾ ਪ੍ਰਸੰਗ ਸ਼ੁਰੂ ਹੋਣ ਜਾ ਰਿਹਾ ਇਹਦੇ ਵਿੱਚ ਜ਼ਿਕਰ ਆਏਗਾ। ਅਤੇ ਸਾਈਂ ਦਾਸ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ ਬੇਸ਼ੱਕ ਉਹਨਾਂ ਦੇ ਸਾਂਢੂ ਲੱਗਦੇ ਆ ਪਰ ਆਪਣੇ ਆਪ ਨੂੰ ਗੁਰੂ ਮਹਾਰਾਜ ਜੀ ਦੇ ਸਿੱਖ ਸਮਝਦੇ ਆ। ਉਮਰ ਦੇ ਵਿੱਚ ਵੱਡੇ ਨੇ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਪਿਆਰੇ ਗੁਰੂ ਕੇ ਸਿੱਖ ਆ। ਗੁਰੂ ਦੇ ਚਰਨਾਂ ਦੇ ਨਾਲ ਉਹਨਾਂ ਦਾ ਬੜਾ ਪ੍ਰੇਮ ਵਧਿਆ। ਬੀਬੀ ਰਾਮੋ ਜੀ ਦਾ ਵੀ ਬੜਾ ਪ੍ਰੇਮ ਵਧਿਆ। ਅੱਗੋਂ ਇਸ ਪ੍ਰੇਮ ਦਾ ਕਿਵੇਂ ਵਾਧਾ ਹੁੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਆ। ਆਓ ਸਮੂਹ ਸੰਗਤ ਇਸ ਪਾਵਨ ਗੁਰ ਇਤਿਹਾਸ ਦੇ ਨਾਲ ਜੁੜਦੇ ਹਾਂ। ਰਸਨਾ ਨੂੰ ਕਰੋ ਪਵਿੱਤਰ ਤੇ ਸਮੂਹ ਸੰਗਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਹਰਗੋਬਿੰਦ ਚੰਦ ਕੀ ਸੋਤੀ ਉਪਜੀ ਪਛਚਾਤ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਨੂੰ ਅੱਜ ਆਪਾਂ ਭਾਈ ਕੀ ਡਰੌਲੀ ਕਹਿੰਦੇ ਆ, ਉਸ ਅਸਥਾਨ ਉੱਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਹੁੰਦੇ ਆ। ਸਾਈਂ ਦਾਸ ਦੇ ਨਾਲ ਪ੍ਰੇਮ ਦਾ ਬਹੁਤ ਵੱਡਾ ਵਾਧਾ ਹੁੰਦਾ ਹੈ ਅਤੇ ਇਸ ਥਾਂ 'ਤੇ ਹੀ ਉਹਨਾਂ ਦੇ ਘਰ ਦੇ ਵਿੱਚ ਸਨਮਾਨਯੋਗ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਆਪਾਂ ਕੱਲ੍ਹ ਇਤਿਹਾਸ ਪੜ੍ਹ ਰਹੇ ਸਾਂ ਉਹਨਾਂ ਦਾ ਇੱਥੇ ਜਨਮ ਹੁੰਦਾ ਹੈ। ਕੇਤਕ ਮਾਸ ਬਤੀਤ ਪੈ ਸੁੰਦਰ ਬ੍ਰਿਦਤ ਗਾਤ। ਹੁਣ ਕਾਫੀ ਮਹੀਨੇ ਜਿਹੜੇ ਆ, ਦਿਨ ਨਹੀਂ ਕਾਫੀ ਮਹੀਨਿਆਂ ਦਾ ਜੋ ਸਮਾਂ ਹੈ ਉਹ ਬਤੀਤ ਹੋ ਜਾਂਦਾ ਹੈ ਅਤੇ ਇੱਥੇ ਬੜੀ ਸੁੰਦਰ ਲੀਲਾ ਬਣੀ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਨਿਵਾਸ, ਗੁਰੂ ਕੇ ਮਹਿਲ ਇੱਥੇ ਆ, ਸਾਰਾ ਪਰਿਵਾਰ ਇੱਥੇ ਆ। ਤੋ ਬਹੁਤ ਹੀ ਇਸ ਸਥਾਨ 'ਤੇ ਸੁੰਦਰ ਸੁਹਾਵਣਾ ਮਾਹੌਲ ਬਣਦਾ ਹੈ। ਚੌਪਈ ਬੀਬੀ ਰਾਮ ਲਗਤ ਹੋਤੀ ਗੁਰ ਸਾਰੀ। ਇਸ ਸਮੇਂ ਦੀ ਬਾਬਤ ਬਾਬਾ ਬੁੱਢਾ ਸਾਹਿਬ ਜੀ ਆਪਣੇ ਮਨ ਵਿੱਚ ਵਿਚਾਰ ਕਰਦੇ ਆ। ਕਾਫੀ ਮਹੀਨੇ ਬਤੀਤ ਹੋ ਗਏ ਆ, ਸਤਿਗੁਰੂ ਮਹਾਰਾਜ ਜੀ ਅਜੇ ਵਾਪਸ ਨਹੀਂ ਆਏ। ਤਾਂ ਇੱਧਰੋਂ ਬੀਬੀ ਰਾਮੋ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਦੁਨਿਆਵੀ ਉਹਨਾਂ ਦੀ ਰਿਸ਼ਤੇਦਾਰੀ ਵੀ ਆ,
ਦੁਨਿਆਵੀ ਸਾਂਝ ਦੇ ਪੱਖੋਂ ਸਾਲੀ ਲੱਗਦੇ ਆ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਆ। ਸਤਿਗੁਰੂ ਮਹਾਰਾਜ ਜੀ ਨੂੰ ਮਹਾਨ ਗੁਰੂ ਜਾਣ ਕੇ, ਆਪਣੇ ਆਪ ਨੂੰ ਸਿੱਖ ਸਮਝ ਕੇ ਉਹਨਾਂ ਦੇ ਨਾਲ ਬਹੁਤ ਪ੍ਰੇਮ ਰੱਖਦੇ ਹਨ। ਸੋ ਸੰਬੰਧ ਕਰ ਦੇ ਵਿਸਾਰੀ। ਜਿਹੜੀ ਦੁਨਿਆਵੀ ਸਾਂਝ ਆ ਨਾ, ਇਸ ਨੂੰ ਨੇੜੇ ਨਹੀਂ ਆਉਣ ਦਿੰਦੇ, ਤਾਂ ਕਿ ਕਿਤੇ ਮਨ ਵਿੱਚ ਕਿਸੇ ਗੱਲ ਤੋਂ ਕੋਈ ਹਉਮੈ ਨਾ ਆ ਜਾਏ। ਦੁਨਿਆਵੀ ਰਿਸ਼ਤੇਦਾਰੀ ਨੂੰ ਪਾਸੇ ਰੱਖਿਆ, ਆਪਣੇ ਆਪ ਨੂੰ ਸਤਿਗੁਰਾਂ ਦੇ ਸਿੱਖ ਸਮਝ ਕੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਬੜਾ ਪ੍ਰੇਮ ਕਰਦੇ ਹਨ। ਪਤ ਜੋਤ ਜਾਣਿਓ ਗੁਰ ਜਗਦੀਸ਼। ਜਿਹੜੇ ਇਸ ਜਗਤ ਦੇ ਈਸ਼ਵਰ ਨੇ, ਜਿਹੜੇ ਮਾਲਕ ਹੈ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਰੋਜ਼ਾਨਾ ਹੀ ਸਾਈਂ ਦਾਸ ਜੀ ਅਤੇ ਬੀਬੀ ਰਾਮੋ ਜੀ ਉਹਨਾਂ ਨੂੰ ਜਾ ਕੇ ਨਮਸਕਾਰ ਕਰਦੇ ਹਨ। ਨਿਤ ਉਠ ਧਰਤ ਚਰਨ ਪਰ ਸੀਸ। ਜਦੋਂ ਰੋਜ਼ ਉੱਠਦੇ ਆ, ਜਾ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਸੀਸ ਰੱਖਦੇ ਆ, ਨਮਸਕਾਰ ਕਰਦੇ ਆ, ਮੱਥਾ ਟੇਕਦੇ ਆ। ਨਿਤ ਉਠ ਗਾਵੋ ਪ੍ਰਭ ਕੀ ਬਾਣੀ, ਆਠ ਪਹਿਰ ਹਰ ਸਿਮਰੋ ਪ੍ਰਾਣੀ। ਇਹ ਸਾਨੂੰ ਹੁਕਮ ਆ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦਾ, ਕਿ ਭਾਈ ਰੋਜ਼ਾਨਾ ਹੀ ਜਦੋਂ ਗੁਰੂ ਕੇ ਸਿੱਖ ਨੇ ਉੱਠਣਾ, ਵਾਹਿਗੁਰੂ ਸਿਮਰਨ ਅਤੇ ਬਾਣੀ ਦਾ ਪਾਠ ਕਰਨਾ, ਅਤੇ ਅਭਿਆਸ ਜਿੰਨਾ ਵੀ ਬਣੇ ਉਹਦੇ ਨਾਲ ਸਾਡਾ ਹੀ ਭਲਾ ਹੈ। ਹੁਣ ਰੋਜ਼ਾਨਾ ਉੱਠਦੇ ਆ, ਜਿੱਥੇ ਸਤਿਗੁਰੂ ਜੀ ਬਿਰਾਜਮਾਨ, ਉਹਨਾਂ ਦੇ ਚਰਨਾਂ ਵਿੱਚ ਉਸ ਧਰਤੀ 'ਤੇ ਜਾ ਕੇ ਮੱਥਾ ਟੇਕਦੇ ਹਨ। ਭੋਜਨ ਆਦਿਕ ਸੇਵਾ ਜੋਏ। ਸਤਿਗੁਰਾਂ ਨੂੰ ਭੋਜਨ ਛਕਾਉਣਾ, ਸਮੇਂ ਸਿਰ ਲੰਗਰਾਂ ਦੀ ਸੇਵਾ ਕਰਨੀ, ਇਸ ਤੋਂ ਇਲਾਵਾ ਹੋਰ ਜੋ ਵੀ ਸੇਵਾਵਾਂ ਹਨ, ਕਰੈ ਪ੍ਰੇਮ ਤੇ ਨਿਜ ਕਰ ਸੋਏ। ਆਪ ਆਪਣੇ ਹੱਥੀਂ ਸਨਮਾਨਯੋਗ ਸਾਈਂ ਦਾਸ ਜੀ ਅਤੇ ਬੀਬੀ ਰਾਮੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਰੋਜ਼ਾਨਾ ਹੀ ਜੁੜ ਜਾਂਦੇ ਹਨ। ਆਸਾ ਪ੍ਰਤੀਤ ਦੰਬਤ ਕੀ ਆਏ। ਇਹ ਦੋਵੇਂ ਜਿਹੜੇ ਦੰਪਤੀ ਆ, ਦੋਵੇਂ ਜੀ ਸਾਈਂ ਦਾਸ ਅਤੇ ਬੀਬੀ ਰਾਮੋ ਜੀ, ਦੋਵਾਂ ਦੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਬਹੁਤ ਹੀ ਸਾਂਝ ਬਣੀ ਹੈ। ਸੇਵਤ ਸਤਿਗੁਰ ਸ਼ਕਤੀ ਪਾਈ। ਸਤਿਗੁਰਾਂ ਦੀ ਸੇਵਾ ਕਰ ਕਰਕੇ, ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਕਰ ਕਰਕੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡੀ ਸ਼ਕਤੀ ਪੈਦਾ ਹੋ ਗਈ ਆ। ਕਿਉਂਕਿ ਗੁਰੂ ਘਰ ਦੀ ਸੇਵਾ, ਭਜਨ ਬੰਦਗੀ, ਸਿਮਰਨ ਕੁਦਰਤੀ ਗੱਲ ਆ, ਇਹਦੇ ਨਾਲ ਜੀਵ ਦੇ ਹਿਰਦੇ ਵਿੱਚ ਰੱਬੀ ਬਰਕਤਾਂ ਦਾ ਨਿਵਾਸ ਹੋ ਜਾਂਦਾ ਹੈ। ਇਹਨਾਂ ਦੋਵਾਂ ਜੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਦੇ ਵਿੱਚੋਂ ਮਹਾਨ ਸ਼ਕਤੀ ਪ੍ਰਾਪਤ ਹੋ ਗਈ ਹੈ। ਅਜਮਤ ਸਹਿਤ ਭਇਓ ਉਜਿਆਰ। ਇਹਨਾਂ ਨੂੰ ਅਜ਼ਮਤ ਪ੍ਰਾਪਤ ਹੋ ਗਈ ਹੈ, ਮਾਨੋ ਕਰਾਮਾਤ ਪ੍ਰਾਪਤ ਹੋ ਗਈ। ਜਿਵੇਂ ਹਨੇਰਾ ਦੂਰ ਹੋ ਜਾਏ ਅਤੇ ਚਾਨਣ ਹੋ ਜਾਂਦਾ ਹੈ, ਤਾਂ ਇਸੇ ਤਰ੍ਹਾਂ ਇਹਨਾਂ ਨੂੰ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਸੇਵਾ ਵਿੱਚੋਂ ਫਲ ਮਿਲਿਆ ਹੈ। 14 ਲੋਕ ਚਰਿਤ ਲਖ ਸਾਰਾ। 14 ਲੋਕਾਂ ਦੇ ਚਰਿੱਤਰਾਂ ਨੂੰ ਇਹਨਾਂ ਨੇ ਦੇਖ ਲਿਆ ਹੈ। ਇਹ ਤੀਸਰੇ ਨੇਤਰ ਦੀ ਗੱਲ ਆ, ਜਿਹੜਾ ਵੱਡੇ ਵੱਡੇ ਅਵਤਾਰੀ ਪੁਰਸ਼ਾਂ ਦਾ, ਮਹਾਂਪੁਰਸ਼ਾਂ ਦਾ ਖੁੱਲ੍ਹਦਾ ਹੈ। ਉਹਦੇ ਬਾਰੇ, ਲੋਕ ਬਾਰੇ, ਪਰਲੋਕ ਬਾਰੇ ਗਿਆਨ ਹੋ ਜਾਂਦਾ ਹੈ ਕਿ ਇਸ ਸੰਸਾਰ ਵਿੱਚ ਕੀ ਵਾਪਰਨ ਵਾਲਾ ਹੈ, ਕੌਣ ਕੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਦੇ ਵਿੱਚੋਂ ਇਹ ਸਾਰਾ ਕੁਛ ਇਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਤਿਉ ਤਿਉ ਨਮਰੀ ਭੂਤ ਬਨੰਤੀ। ਜਿਵੇਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ, ਤਿਉਂ ਤਿਉਂ ਮਨ ਵਿੱਚ ਨਿਮਰਤਾ ਪੈਦਾ ਹੁੰਦੀ ਆ।
ਮੁਖ ਵਿੱਚੋਂ ਬੋਲਦੇ ਆ ਤਾਂ ਵੀ ਨਿਮਰਤਾ ਵਾਲੇ ਸ਼ਬਦ, ਨਿਰਮਾਨਤਾ, ਇਹ ਬਹੁਤ ਵੱਡੀ ਦਾਤ ਇਹਨਾਂ ਨੂੰ ਪ੍ਰਾਪਤ ਹੋਈ ਹੈ। ਸ਼ਕਤ ਪਾਏ ਕਰ ਨਹਿ ਗਰਬੰਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚੋਂ ਮਹਾਨ ਬਖਸ਼ਿਸ਼ ਪ੍ਰਾਪਤ ਹੋ ਗਈ, ਪਰ ਹੰਕਾਰ ਵਿੱਚ ਰਤਾ ਨਹੀਂ ਆਏ। ਹਉਮੈ ਹੰਕਾਰ ਨੂੰ ਨੇੜੇ ਨਹੀਂ ਆਉਣ ਦਿੱਤਾ ਹੈ। ਬਿਲਸਤ ਬੜੇ ਬਿਨੋਦ ਬਿਲਾਸੂ। ਤੇ ਬਹੁਤ ਵੱਡਾ ਬਿਲਾਸ ਜਿਹੜਾ ਇਹਨਾਂ ਦੇ ਮਨ ਨੂੰ ਆਨੰਦਿਤ ਕਰ ਰਿਹਾ ਹੈ। ਇਹ ਜਿਹੜੇ ਕੌਤਕ ਆ ਅਕਾਲ ਪੁਰਖ ਪਰਮਾਤਮਾ ਦੇ ਦੇਖ ਦੇਖ ਕੇ ਮਨ ਦਿਨੋਂ ਦਿਨ ਆਨੰਦਿਤ ਹੁੰਦਾ ਹੈ। ਤਿਨ ਕੈ ਸਤਿਗੁਰ ਬਸੀ ਅਵਾਸੂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਘਰ ਵਿੱਚ ਵਸਦੇ ਆ। ਭਾਈ ਕੀ ਡਰੌਲੀ ਵਿਖੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਨਿਵਾਸ ਹੀ ਉਹਨਾਂ ਦੇ ਘਰ ਵਿੱਚ ਹੈ। ਬੀਬੀ ਰਾਮ ਲੈ ਗੁਰ ਸੁਤ ਕਰ ਪਿਆਰੂ। ਬੀਬੀ ਰਾਮੋ ਜੀ ਬੜਾ ਪਿਆਰ ਕਰਦੇ ਆ। ਜਿਹੜਾ ਸਪੁੱਤਰ ਸੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ, ਉਹਨੂੰ ਚੁੱਕਦੇ ਨੇ ਤੇ ਬੜਾ ਹੀ ਪਿਆਰ ਕਰਦੇ ਹਨ। ਬਹੁਤ ਦੁਲਾਰਤ ਦੀਖ ਚਾਰੂ। ਬਹੁਤ ਦੁਲਾਰਦੇ ਹਨ। ਜਿਵੇਂ ਛੋਟੇ ਬੱਚੇ ਨੂੰ ਗੋਦ ਵਿੱਚ ਖਿਡਾਇਆ ਜਾਂਦਾ ਹੈ, ਇਸ ਤਰ੍ਹਾਂ ਬੱਚੇ ਨੂੰ ਖਿਡਾਉਂਦੇ ਹਨ। ਗੁਰ ਸਮੀਪ ਕਬ ਕਬ ਲੈ ਜਾਵੇ। ਕਦੇ ਕਦੇ ਬੀਬੀ ਰਾਮੋ ਜੀ ਬੱਚੇ ਨੂੰ ਚੁੱਕ ਕੇ ਖਿਡਾਉਂਦੇ ਆ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ, ਉਹਨਾਂ ਦੇ ਪਾਸ ਵੀ ਲੈ ਕੇ ਜਾਂਦੇ ਹਨ। ਗੋਦ ਪੁੱਤਰ ਕੋ ਲੈ ਦੁਲਰਾਵੇ। ਫਿਰ ਸੱਚੇ ਪਾਤਸ਼ਾਹ ਜੀ ਵੀ ਆਪਣੀ ਗੋਦ ਵਿੱਚ ਆਪਣੇ ਸਪੁੱਤਰ ਨੂੰ ਬਿਰਾਜਮਾਨ ਕਰ ਲੈਂਦੇ ਆ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਜਿਵੇਂ ਝੂਟਾ ਦੇਈਦਾ ਇਉਂ ਦੁਲਰਾਉਂਦੇ ਹਨ। ਭਾਈ ਸਾਈਂ ਦਾਸ ਕਬਹੂ ਲੈ ਅੰਕ। ਕਦੇ ਭਾਈ ਸਾਈਂ ਦਾਸ ਜੀ ਚੁੱਕ ਲੈਂਦੇ ਆ। ਜਿਵੇਂ ਛੋਟਾ ਬਾਲ ਹੁੰਦਾ ਹੈ ਉਹਨੂੰ ਸਾਰੇ ਖਿਡਾਉਂਦੇ ਆ, ਉਹ ਵੀ ਆਪਣੇ ਅੰਗਾਂ ਦੇ ਨਾਲ ਲਾਉਂਦੇ ਆ। ਭਾਵ ਬੜੇ ਪਿਆਰ ਦੇ ਨਾਲ ਆਪਣੇ ਕੁਛੜ ਚੁੱਕ ਲੈਂਦੇ ਹਨ। ਸੁੰਦਰ ਮਨੋ ਚੰਦ ਅਕਲੰਕ। ਬੜਾ ਹੀ ਸੁੰਦਰ ਆ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਸਪੁੱਤਰ ਮਾਨੋ ਜਿਵੇਂ ਚੰਦਰਮਾ ਬੜਾ ਚਮਕਦਾ ਹੈ ਤੇ ਕਲੰਕ ਜਿਸ ਨੂੰ ਕੋਈ ਵੀ ਨਾ ਆਵੇ, ਬਿਨਾਂ ਕਿਸੇ ਦਾਗ ਤੋਂ। ਬੜਾ ਹੀ ਸੁੰਦਰ ਮੁਖੜਾ ਹੈ। ਵੇਖ ਮਾਤ ਤਮੋਦਰੀ ਹਵੇ ਬਲਿਹਾਰੀ। ਮਾਤਾ ਦਮੋਦਰੀ ਜੀ ਦੇਖਦੇ ਆ ਤੇ ਬਲਿਹਾਰ ਜਾਂਦੇ ਆ। ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਭਾਰਤ ਪੁੱਤਰ ਪ੍ਰੀਤ ਔਰ ਧਾਰੀ। ਪੁੱਤਰ ਨੂੰ ਪਾਲਦੇ ਨੇ ਤੇ ਪ੍ਰੀਤ ਦੇ ਨਾਲ। ਹਿਰਦੇ ਦੇ ਵਿੱਚ ਬੜਾ ਪ੍ਰੇਮ ਹੈ। ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਸਨੇਹ ਹੈ। ਜਰੇ ਜਰਾਉ ਸੋ ਚਾਮੀ ਕਰਕੇ। ਉਹਨਾਂ ਨੂੰ ਜਿਹੜੇ ਚੜਾਊ ਜੜਾਏ ਜਾਂਦੇ ਆ, ਭਾਵ ਬੜੇ ਸੁੰਦਰ ਨਿੱਕੇ ਨਿੱਕੇ ਬੱਚੇ ਨੂੰ ਜਿਵੇਂ ਕੜੇ ਪਹਿਨਾਏ ਜਾਂਦੇ ਆ, ਇਸ ਤਰ੍ਹਾਂ ਉਹਨਾਂ ਦੇ ਤਾਨ ਉੱਤੇ ਇਹ ਕੀਮਤੀ ਜੜਾਊ ਜੜ ਦਿੰਦੇ ਹਨ। ਬਹੁ ਭੂਖਣ ਪਹਿਰਾਵਨ ਕਰਕੇ। ਤੇ ਉਹਨਾਂ ਦੇ ਤਨ ਦੇ ਉੱਤੇ ਗਹਿਣੇ ਵੀ ਸਜਾਏ ਜਾਂਦੇ ਆ। ਜੇ ਪ੍ਰਸਾਦ ਆ ਭੂਖਨ ਪਹਿਰੀਜੈ, ਮਨ ਤਿਸ ਸਿਮਰਤ ਕਿਉ ਆਲਸ ਕੀਜੈ। ਜਿਸ ਦੀ ਕਿਰਪਾ ਦੇ ਨਾਲ ਆਪਣੇ ਤਨ ਉੱਤੇ ਗਹਿਣਾ ਪਾਉਣਾ ਹੈ, ਵੀ ਆ ਛਾਪ ਬੜੀ ਸੁੰਦਰ ਆ, ਗਾਲ ਵਿੱਚ ਕੈਂਠਾ ਪਾਉਣਾ, ਮੱਥੇ ਤੇ ਟਿੱਕਾ ਲਾਉਣਾ। ਧੰਨ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਨੇ ਕਿ ਉਸ ਦੇਣ ਵਾਲੇ ਮਾਲਕ ਨੂੰ ਵੀ ਚੇਤੇ ਕਰ, ਜਿਸ ਦੀ ਕਿਰਪਾ ਦੇ ਨਾਲ ਤੂੰ ਆਪਣੇ ਤਨ ਉੱਤੇ ਗਹਿਣੇ ਸਜਾਉਂਦਾ ਹੈ। ਇਸੇ ਤਰ੍ਹਾਂ ਕਦੇ ਕਦੇ ਇਹ ਜਿਹੜੇ ਕੀਮਤੀ ਗਹਿਣੇ ਆ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਦੇ ਪਹਿਨਾਏ ਜਾਂਦੇ ਹਨ। ਸੂਖਮ ਚੀਨ ਬਸਤਰ ਪਹਿਰਾਵੇ। ਤੇ ਬੜੇ ਬਰੀਕ ਕੱਪੜੇ, ਕਿਉਂਕਿ ਗਰਮੀ ਦਾ ਸਮਾਂ ਸੀ ਜਦੋਂ ਗੁਰੂ ਸਾਹਿਬ ਜੀ ਉੱਥੇ ਬਿਰਾਜਮਾਨ ਹੁੰਦੇ ਆ,
ਤੇ ਬਹੁਤ ਹੀ ਜਿਹੜੇ ਬਰੀਕ ਕੱਪੜੇ ਆ ਉਹ ਪਹਿਨਾਏ ਜਾਂਦੇ ਹਨ। ਝਗਲੀ ਮੈਂ ਸਰੀਰ ਦਿਪਤਾਵੈ, ਉਹਨਾਂ ਦਾ ਇਹ ਪਹਿਨਿਆ ਹੋਇਆ ਜਿਹੜਾ ਕੱਪੜਾ ਹੈ, ਸਰੀਰ ਮਾਨੋ ਉਹਦੇ ਵਿੱਚੋਂ ਦਿਪਤਾਵੈ, ਦਿਖਦਾ ਬੜਾ ਹੀ ਸੁੰਦਰ ਲੱਗਦਾ ਹੈ। ਤ੍ਰਿਪਤ ਨ ਹੋਤ ਦੁਲਾਰਤ ਸਾਰੇ, ਸਾਰੇ ਹੀ ਖੜਾ ਖੜਾ ਕੇ ਬੱਚੇ ਨੂੰ ਰੱਜਦੇ ਨਹੀਂ ਹਨ, ਇੰਨੇ ਸੁੰਦਰ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਪੂਤ, ਜਿਨ੍ਹਾਂ ਨੂੰ ਖਿਡਾ ਖਿਡਾ ਕੇ ਸਾਰੇ ਰੱਜਦੇ ਨਹੀਂ, ਬਾਰ-ਬਾਰ ਚੁੱਕ ਲੈਂਦੇ ਹਨ। ਬਾਲਕ ਦੁਰਲਭ ਪ੍ਰਥਮ ਨਿਹਾਰੇ, ਸਾਰੇ ਹੀ ਗੱਲਾਂ ਕਰਦੇ ਨੇ ਕਿ ਇਹ ਬਾਲਕ ਬੜਾ ਦੁਰਲਭ ਹੈ, ਜਿਹਨੂੰ ਆਪਾਂ ਕਹਿ ਦਿੰਦੇ ਇਹ ਬੱਚਾ ਬਹੁਤ ਹੀ ਚੰਗੇ ਕਰਮਾਂ ਵਾਲਾ, ਜਿਹੜਾ ਵੱਡਿਆਂ ਭਾਗਾਂ ਦੇ ਨਾਲ ਮਿਲਦਾ ਹੈ ਤੇ ਪਹਿਲੀ ਵਾਰ ਇਸ ਨੂੰ ਦੇਖਿਆ ਹੈ। ਬੀਤਿਆ ਚੇਤ ਵਿਸਾਖੀ ਆਈ, ਚੇਤ ਦਾ ਜਿਹੜਾ ਮਹੀਨਾ ਉਹ ਬੀਤ ਜਾਂਦਾ ਹੈ ਤੇ ਵਿਸਾਖੀ ਦਾ ਜਿਹੜਾ ਸਮਾਂ ਹੈ ਉਹ ਬਿਲਕੁਲ ਨੇੜੇ ਆ ਜਾਂਦਾ ਹੈ। ਜਹਾਂ ਦਿਸਤੇ ਸੰਗਤ ਉਮੜਾਈ, ਚਾਰੇ ਪਾਸਿਆਂ ਤੋਂ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਪੁੱਜਦੀ ਆ। ਇਹ ਪੁਰਾਤਨ ਹੀ ਪਰੰਪਰਾ ਹੈ। ਕਣਕਾਂ ਜਦੋਂ ਪੱਕਣ ਦੇ ਨੇੜੇ ਹੋਣ, ਮਾਨੋ ਬਿਲਕੁਲ ਸਿੱਟਿਆਂ ਤੇ ਉਹਦੀ ਵਾਢੀ ਤੋਂ ਪਹਿਲਾਂ ਅੱਜ ਵੀ ਕਾਫੀ ਮਾਈ ਭਾਈ ਆਪਣੇ ਘਰਾਂ ਵਿੱਚ ਬਾਣੀ ਦੇ ਪਾਠ ਦਾ ਓਟ ਆਸਰਾ ਲਿਆ ਜਾਂਦਾ ਹੈ, ਦਾਨ ਪੁੰਨ ਕੀਤਾ ਜਾਂਦਾ ਹੈ, ਗੁਰਮਤਿ ਸਮਾਗਮ ਕੀਤੇ ਜਾਂਦੇ ਆ, ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕੀਤੇ ਜਾਂਦੇ ਆ। ਤੋ ਤਿਵੇਂ ਜਿਹੜੀਆਂ ਸਿੱਖ ਸੰਗਤਾਂ ਨੇ ਜਦੋਂ ਉਹਨਾਂ ਵਿਚਾਰਿਆ ਕਿ ਵਿਸਾਖੀ ਹੁਣ ਨੇੜੇ ਆਉਣ ਵਾਲੀ ਆ, ਚਾਰੇ ਪਾਸਿਆਂ ਤੋਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਈ ਹੈ। ਸੋਣ ਗੁਰ ਡੇਰਾ ਗ੍ਰਾਮ ਡਰੋਲੀ, ਜਦੋਂ ਸੰਗਤ ਆਉਂਦੀ ਹੈ ਤੇ ਇੱਥੇ ਆਣ ਕੇ ਪਤਾ ਲੱਗਦਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਇਸ ਵੇਲੇ ਡੇਰਾ ਭਾਈ ਕੀ ਡਰੌਲੀ ਜਿਹੜਾ ਨਗਰ ਆ, ਸਤਿਗੁਰਾਂ ਦਾ ਉਸ ਥਾਂ ਤੇ ਡੇਰਾ ਹੈ। ਹਰਪਨ ਹਿਤ ਵਸਤੂ ਬਹੁਮੋਲੀ, ਮਹਾਰਾਜ ਜੀ ਦੇ ਚਰਨਾਂ 'ਚ ਭੇਟ ਕਰਨ ਵਾਸਤੇ ਸੰਗਤਾਂ ਬੇਅੰਤ ਭੇਟਾਵਾਂ ਲੈ ਕੇ ਆਉਂਦੀਆਂ ਨੇ, ਬੜੇ ਪਿਆਰ ਦੇ ਨਾਲ, ਜਿਹੜੀਆਂ ਗੁਰੂ ਸਾਹਿਬ ਜੀ ਨੂੰ ਭੇਟਾ ਕਰਦੇ ਹਨ। ਲੈਬੇ ਖੁਸ਼ੀ ਕਾਮਨਾ ਪੂਰਨ, ਤੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ। ਜਿਹੜੀ ਵੀ ਕਾਮਨਾ ਲੈ ਕੇ ਆਉਂਦੇ ਆ, ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਿੱਚੋਂ ਸਿੱਖਾਂ ਦੀ ਉਹ ਭਾਵਨਾ ਸੰਪੂਰਨ ਹੁੰਦੀ ਹੈ। ਸੰਗਤ ਆਏ ਪਹੁੰਚੇ ਤੂਰਨ, ਸੰਗਤ ਆਉਂਦੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਕਾਲੀ ਕਾਲੀ ਪੈਰ ਪੁੱਟੀਦਾ ਹੈ, ਬੜੀ ਛੇਤੀ ਛੇਤੀ, ਤਾਂ ਕਿ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਹੋਣ। ਉਹਨਾਂ ਸਮਿਆਂ 'ਚ ਸੰਗਤ ਨੇ ਪੈਦਲ ਆਉਣਾ, ਜਾਂ ਫਿਰ ਅਮੀਰ ਲੋਕਾਂ ਕੋਲ ਕੋਈ ਗੱਡੇ ਸੀ, ਰਥ ਤੇ ਜਿਹੜਾ ਸੀ ਰਾਜਿਆਂ ਕੋਲ, ਵੱਡੇ ਲੋਕਾਂ ਦੇ ਕੋਲ। ਤਿਵੇਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਉਂਦੀ ਹੈ। ਦੇਵਾ ਸਭ ਸੋਇ ਕੋ ਜਬ ਆਵਾ, ਉਹ ਸਮਾਂ ਜਦੋਂ ਵਿਸਾਖੀ ਦਾ ਸਮਾਂ ਆ ਜਾਂਦਾ ਹੈ, ਜਦੋਂ ਵਿਸਾਖੀ ਵਾਲਾ ਦਿਨ ਆਉਂਦਾ ਹੈ, ਬੜਾ ਫਰਸ਼ ਗੁਰ ਵਹਿਰ ਕਰਾਵਾ, ਸਤਿਗੁਰਾਂ ਨੇ ਹੁਕਮ ਕੀਤਾ ਤੇ ਵੱਡੇ ਫਰਸ਼ ਦੇ ਉੱਤੇ ਜਿਵੇਂ ਟੈਂਟ ਲਾਏ ਜਾਂਦੇ ਆ, ਤਿਆਰੀ ਕੀਤੀ ਜਾਂਦੀ ਹੈ। ਗੁਰੂ ਸਾਹਿਬ ਜੀ ਨੇ ਉਸ ਥਾਂ 'ਤੇ ਆਪਣੇ ਸਿੱਖਾਂ ਨੂੰ ਕਹਿ ਕੇ ਤਿਆਰੀ ਕਰਵਾਉਂਦੇ ਹਨ। ਮਖਮਲ ਕੀ ਗਾਦੀ ਲੱਗ ਜਰੀ, ਮਖਮਲ ਦੀ ਗੱਦੀ ਸਤਿਗੁਰਾਂ ਦੇ ਬਿਰਾਜਮਾਨ ਹੋਣ ਵਾਸਤੇ, ਜਿਵੇਂ ਅੱਜ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਚੰਦੋਆ ਸਾਹਿਬ ਲਾਇਆ ਜਾਂਦਾ, ਚੰਗੀ ਵਿਛਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇਹ ਤਿਆਰੀ ਗੁਰੂ ਕੀ ਸੰਗਤ ਨੇ ਆਰੰਭ ਕਰ ਦਿੱਤੀ ਹੈ। ਚਾਰਨ ਕੋਰਨ ਬਰਾਬਰ ਕਰੀ, ਤੇ ਚਾਰੇ ਪਾਸਿਆਂ ਤੋਂ ਜਿਹੜੀ ਦਰੀ ਆ
ਉਹਨੂੰ ਖਿੱਚ ਕੇ ਆਸੇ ਪਾਸਿਆਂ ਤੋਂ ਬਰਾਬਰ ਕੀਤਾ ਜਾਂਦਾ ਹੈ। ਉਪਰ ਧਰੇ ਵੱਡੀ ਉਪਤਾਨੋ, ਉਹਦੇ ਉੱਪਰ ਜਿਵੇਂ ਚੰਗੇ ਚੰਗੇ ਵਧੀਆ ਸ਼ਮਿਆਨੇ ਲਾਏ ਜਾਂਦੇ ਆ, ਗਮਲੇ ਲਾਏ ਜਾਂਦੇ ਆ, ਤਿਵੇਂ ਇਹ ਡੈਕੋਰੇਸ਼ਨ ਗੁਰੂ ਕੇ ਸਿੱਖਾਂ ਨੇ ਬਣਾਈ ਹੈ। ਖਰੇ ਟਲਾਇਤ ਭਏ ਸਾਵਧਾਨੋ, ਤੇ ਬੜੇ ਸਾਵਧਾਨ ਹੋ ਕੇ ਖਲੋਤੇ ਆ ਜਿਹੜੇ ਸੂਰਮੇ ਆ, ਬਹਾਦਰ ਯੋਧੇ ਬਾਬਾ ਬਿਧੀ ਚੰਦ ਵਰਗੇ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਵਰਗੇ ਮਹਾਰਾਜ ਜੀ ਦੇ ਆਸ-ਪਾਸ ਬੜੇ ਸਾਵਧਾਨ ਹੋ ਕੇ ਖਲੋਤੇ ਹਨ। ਕੰਚਨ ਦੰਡ ਲਿਏ ਕੋ ਪਾਨੀ, ਇੱਕ ਜਿਹੜਾ ਗੁਰੂ ਕਾ ਸਿੱਖ ਆ, ਉਹਨੇ ਹੱਥਾਂ ਦੇ ਵਿੱਚ ਇੱਕ ਬਹੁਤ ਵਧੀਆ, ਉਹਨੇ ਆਪਣੇ ਹੱਥ ਵਿੱਚ ਸੋਨੇ ਦਾ ਬਣਿਆ ਹੋਇਆ ਇੱਕ ਉਹਨੇ ਕੀਮਤੀ ਜਿਹੜੀ ਡੰਡੇ ਦੀ ਵਰਗੀ ਸ਼ਕਲ ਆ, ਇਹਨੂੰ ਆਪਣੇ ਹੱਥ ਵਿੱਚ ਲਿਆ ਹੈ। ਕਰੇ ਭੈ ਗੁਰ ਕੀ ਅਗਵਾਨੀ, ਉਹ ਖਬਰ ਦਿੰਦੇ ਆ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਰਹੇ ਆ। ਜਿਵੇਂ ਅੱਜ ਘੜਿਆਲ ਵਜਾਇਆ ਜਾਂਦਾ ਹੈ, ਪਹਿਲੇ ਸਮਿਆਂ 'ਚ ਸ਼ੰਖ ਵਜਾਇਆ ਜਾਂਦਾ ਸੀ, ਹੁਣ ਘੜਿਆਲ ਵਜਾਇਆ ਜਾਂਦਾ ਹੈ ਵੀ ਗੁਰੂ ਸਾਹਿਬ ਜੀ ਦਾ ਸਰੂਪ ਆ ਰਿਹਾ। ਅਗਲੇ ਨੂੰ ਪਤਾ ਲੱਗ ਜਾਏ, ਉਹ ਰਸਤਾ ਛੱਡ ਦੇਵੇ, ਕਿਉਂਕਿ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਰਹੇ ਆ, ਉਹਦਾ ਸਤਿਕਾਰ ਕੀਤਾ ਜਾਂਦਾ ਹੈ। ਤਾਂ ਸਤਿਗੁਰਾਂ ਦੇ ਸਮੇਂ ਵੀ ਫਿਰ ਐਸੀ ਮਰਿਆਦਾ ਹੈ। ਇੱਕ ਸਿੱਖ ਅੱਗੇ ਅੱਗੇ ਚੱਲਦਾ ਹੈ, ਉਹਦੇ ਹੱਥ ਵਿੱਚ ਮਾਨੋ ਜਿਵੇਂ ਸੋਨੇ ਦੀ ਛੋਟੀ ਹੋਵੇ, ਉਹ ਅੱਗੇ ਅੱਗੇ ਜਾਂਦਾ, ਖਬਰਦਾਰ ਕਰਦਾ ਜਾਂਦਾ ਹੈ। ਸੂਰਜਮੁਖੀ ਬੀਜ ਨਾ ਚਮਕੈ, ਜਿਵੇਂ ਸੂਰਜਮੁਖੀ ਜਿਹਦਾ ਮੁਖ ਹੀ ਸੂਰਜ ਵਰਗਾ ਬਹੁਤ ਵਧੀਆ ਸੁੰਦਰ, ਤੇ ਜਿਨ੍ਹਾਂ ਦਾ ਜਿਹੜਾ ਚਿਹਰਾ ਹੈ ਬਹੁਤ ਹੀ ਚਮਕਦਾ ਹੈ। ਜਾਨ ਸੂਰਜ ਕਿਰਨ ਜਤ ਦਮਕੈ, ਮਾਨੋ ਕਿ ਜਿਨ੍ਹਾਂ ਦੀਆਂ ਜਿਵੇਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ, ਧਰਤੀ ਤਪਦੀ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਇਹੋ ਜਿਹਾ, ਸੂਰਜ ਦੀਆਂ ਕਿਰਨਾਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਤੇਜ਼ ਹੈ। ਸੁੰਦਰ ਮੰਦਰ ਕੋ ਤਬ ਤਿਆਗੇ, ਸੁੰਦਰ ਜਿਹੜੇ ਮੰਦਰ ਆ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਨੂੰ ਤਿਆਗ ਦਿੰਦੇ ਹਨ। ਆਏ ਬੜੀ ਸਭਾ ਜਹ ਲਾਗੇ, ਆਪਣੇ ਅਸਥਾਨ ਨੂੰ ਛੱਡ ਕੇ ਜਿੱਥੇ ਬਿਰਾਜਮਾਨ ਸਨ ਤੇ ਜਿੱਥੇ ਸਭਾ ਬੈਠੀ ਆ, ਭਾਵ ਜਿੱਥੇ ਗੁਰੂ ਕੀ ਸੰਗਤ ਆ, ਦੀਵਾਨ ਸੱਜਣ ਲੱਗੇ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਦੇ ਵਿੱਚ ਆਣ ਕੇ ਬਿਰਾਜਮਾਨ ਹੁੰਦੇ ਹਨ। ਬੋਲਤ ਚਲਤ ਨਕੀਬ ਅਗਾਰੇ, ਤੇ ਸਤਿਗੁਰਾਂ ਦੇ ਅੱਗੇ ਅੱਗੇ ਜਿਹੜਾ ਨਕੀਬ ਆ, ਮਹਾਰਾਜ ਜੀ ਦੇ ਅੱਗੇ ਅੱਗੇ ਤੁਰਦਾ ਹੈ ਤੇ ਨਾਲ ਉੱਚੀ ਉੱਚੀ ਬੋਲਦਾ ਹੈ। ਜਿਵੇਂ ਅੜ ਸੰਗਤਾਂ ਸਤਨਾਮ ਵਾਹਿਗੁਰੂ ਬੋਲਦੀਆਂ, ਪਾਲਕੀ ਆਉਂਦੀ ਆ ਦਰਬਾਰ ਸਾਹਿਬ ਤੇ ਉਥੇ ਵੀ ਨਰਸਿੰਘਾ ਵਜਾਇਆ ਜਾਂਦਾ ਹੈ, ਉੱਚੀ ਉੱਚੀ ਸੰਗਤ ਵਾਹਿਗੁਰੂ ਦਾ ਸਿਮਰਨ ਕਰਦੀ ਹੈ। ਆਉਂਦੇ ਜਾਂਦੇ ਖੱਬੇ ਸੱਜੇ ਵਾਲੇ ਪਾਸੇ ਹੋ ਕੇ ਉਹ ਵੀ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ ਜਾਂਦੇ ਹੈ। ਸਤਿਗੁਰਾਂ ਦਾ ਸਤਿਕਾਰ ਕੀਤਾ ਜਾਂਦਾ, ਦਰਸ਼ਨ ਕੀਤੇ ਜਾਂਦੇ ਹੈ। ਸਾਵਧਾਨ ਕਰਨ ਵਾਸਤੇ ਐਸਾ ਕੀਤਾ ਜਾਂਦਾ ਹੈ ਕਿ ਮਹਾਨ ਸਤਿਗੁਰੂ ਜੀ ਆ ਰਹੇ ਆ। ਤਿਵੇਂ ਨਕੀਬ ਉੱਚੀ ਉੱਚੀ ਬੋਲਦਾ ਹੈ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆ ਰਹੇ ਹਨ। ਬੀਬੀ ਰਾਮ ਪਾਤਸੋ ਕਰ ਕਰ ਧਾਰੇ, ਤੇ ਬੀਬੀ ਰਾਮੋ ਜੀ ਦੇ ਜਿਹੜੇ ਪਤੀ ਨੇ ਭਾਈ ਸਾਈਂ ਦਾਸ, ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਸੁੰਦਰ ਮਹੱਲਾ ਤੋਂ ਸੰਗਤ ਵਿੱਚ ਆਉਣ ਲੱਗੇ ਤੇ ਭਾਈ ਸਾਈਂ ਦਾਸ ਜੀ ਦਾ ਹੱਥ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਕੜਿਆ ਤੇ ਸਭਾ ਦੇ ਵਿੱਚ ਜਿੱਥੇ ਸੰਗਤ ਬਿਰਾਜਮਾਨ ਆ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਪਾਸੇ ਨੂੰ ਆ ਰਹੇ ਹਨ। ਸਣੇ ਸਣੇ ਧਰ ਪਦ ਅਰਬਿੰਦ, ਹੌਲੀ ਹੌਲੀ ਸਹਿਜ ਸਹਿਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਚਰਨ ਧਰਤੀ ਉੱਤੇ ਟਿਕਾਉਂਦੇ ਆ, ਕਿਉਂਕਿ ਬੜੇ ਪਿਆਰ ਦੇ ਨਾਲ, ਬੜੇ ਸਹਿਜ ਦੇ ਨਾਲ, ਜਿਨ੍ਹਾਂ ਦੇ ਕਬਲਾਂ ਦੇ ਵਰਗੇ ਚਰਨ ਆ, ਬੜੀ ਸਹਿਜਤਾ ਦੇ ਨਾਲ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਆ ਰਹੇ ਹਨ। ਆਵਤ ਭੀ ਸ੍ਰੀ ਗੁਰੂ ਹਰਗੋਬਿੰਦ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸਭਾ ਦੇ ਵਿੱਚ ਪਹੁੰਚਦੇ ਹਨ। ਖਰੀ ਦੂਰਲ ਸੰਗਤ ਘਣੀ, ਦੂਰ ਦੂਰ ਤੱਕ ਸੰਗਤਾਂ ਬਿਰਾਜਮਾਨ ਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਦੂਰ ਦੂਰ ਤੋਂ ਸੰਗਤਾਂ ਖੱਬੇ ਸੱਜੇ ਖੜੀਆਂ ਨੇ ਕਿ ਮਹਾਰਾਜ ਜੀ ਦੇ ਦਰਸ਼ਨ ਹੋ ਜਾਣ। ਬੇਅੰਤ ਸੰਗਤ ਮਾਈ ਭਾਈ ਸਤਿਗੁਰਾਂ ਦੇ ਚਰਨ ਪਰਸ਼ਨ ਵਾਸਤੇ ਖੜੀ ਹੈ। ਦਰਸ਼ਨ ਕੀ ਅਬਲਾਖਾ ਸੁਣੀ, ਸਾਰਿਆਂ ਦੇ ਮਨ ਵਿੱਚ ਇਹ ਅਭਿਲਾਸ਼ਾ ਹੈ, ਇਹ ਮਨ ਵਿੱਚ ਬਹੁਤ ਉਹਨਾਂ ਦੀ ਪਿਆਸ ਲੱਗੀ ਆ। ਦਰਸ਼ਨ ਕੀ ਮਨ ਪਿਆਸ ਘਨੇਰੀ, ਬਹੁਤ ਜ਼ਿਆਦਾ ਮਨ ਵਿੱਚ ਪਿਆਸ ਲੱਗੀ, ਜਿਵੇਂ ਤੇਹ ਲੱਗੀ ਹੋਵੇ। ਜੀਵ ਪਾਣੀ ਕੋਲ ਜਾਂਦਾ ਵੀ ਪਾਣੀ ਮਿਲ ਜਾਏ ਤੇ ਖਤਮ ਹੋ ਜਾਏ। ਹੁਣ ਸੰਗਤਾਂ ਦੇ ਮਨ ਵਿੱਚ ਬੜਾ ਪਿਆਰ, ਬੜਾ ਚਾਅ ਪੈਦਾ ਹੋਇਆ ਕਿ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਹੋਣਗੇ, ਇਹ ਦਿਨ, ਇਹ ਜ਼ਿੰਦਗੀ ਸਫਲ ਹੋ ਜਾਏਗੀ। ਬੇਅੰਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਬੜੇ ਚਾਅ ਦੇ ਵਿੱਚ ਹਨ। ਇੱਕ ਵਾਰ ਸਭ ਸੀਸ ਨਵਾਏ, ਜਦੋਂ ਪਤਾ ਲੱਗਿਆ ਕਿ ਸਤਿਗੁਰੂ ਜੀ ਆ ਰਹੇ ਆ, ਇੱਕਦਮ ਸਾਰੀ ਸੰਗਤ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਨਿਵਾਇਆ ਹੈ। ਅਵਲੋਕਤ ਮਨ ਮੋਦਿ ਪਾਏ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਸੰਗਤ ਦੇਖਦੀ ਹੈ। ਅਵਲੋਕਤ ਹੁੰਦਾ ਦੇਖਣਾ। ਮਹਾਰਾਜ ਜੀ ਦੇ ਸੰਗਤ ਦਰਸ਼ਨ ਕਰਦੀ ਹੈ, ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਪੈਦਾ ਹੁੰਦੀ ਹੈ। ਗਾਦੀ ਕਾ ਬੰਧਨ ਕਰ ਬੰਦ, ਹੱਥ ਜੋੜ ਕੇ ਸਾਰੇ ਬੰਦਨਾ ਕਰਦੇ ਆ ਕਿ ਇਹ 6ਵੇਂ ਸਤਿਗੁਰੂ ਆ, ਕਿਉਂਕਿ ਦੂਰੋਂ ਦੂਰੋਂ ਕਈ ਨਵੇਂ ਸਿੱਖ ਆਉਂਦੇ ਆ, ਜਿਹੜੇ ਕਈ ਮਹੀਨੇ ਬੀਤ ਜਾਂਦੇ ਸਨ, ਫਿਰ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ। ਸੋ ਇਹ ਇੱਕ ਦੂਸਰੇ ਨੂੰ ਸਿੱਖ ਮਾਈ ਭਾਈ ਦੱਸਦੇ ਆ। 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਉੱਤੇ ਬਿਰਾਜਮਾਨ ਹਨ। ਬੈਠੇ ਉੱਪਰ ਢੀਲ ਬਲੰਦ, ਗੁਰੂ ਸਾਹਿਬ ਜੀ ਉੱਚੇ ਥਾਂ ਤੇ ਬਿਰਾਜਮਾਨ ਹੋ ਗਏ। ਜਿਵੇਂ ਅੱਜ ਉੱਚੇ ਪਲੰਘੇ ਦੇ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਤਿਵੇਂ ਗੁਰੂ ਸਾਹਿਬ ਜੀ ਉੱਚੇ ਥਾਂ, ਉੱਚੇ ਪਲੰਘ ਉੱਤੇ ਬਿਰਾਜਮਾਨ ਹੋ ਗਏ ਹਨ। ਚਮਰ ਚਾਰ ਢੋਰਤ ਸ਼ਬ ਐਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਸ-ਪਾਸ ਜਿਹੜੇ ਬਹਾਦਰ ਗੁਰਮੁਖ ਤੇ ਮਹਾਨ ਸੂਰਮੇ ਆ, ਉਹ ਚਾਰੇ ਪਾਸੇ ਖੜ ਗਏ ਨੇ। ਜਿਵੇਂ ਸੁੰਦਰ ਚੰਦੋਆ ਉੱਪਰ ਤਾਣਿਆ ਜਾਂਦਾ ਹੈ ਤੇ ਬਹੁਤ ਵਧੀਆ ਉਹਦੀ ਕੀਮਤੀ ਸਜਾਵਟ ਕੀਤੀ ਜਾਂਦੀ ਹੈ, ਔਰ ਕਈ ਵਾਰੀ ਛੱਬੇ ਜਿਹੜੇ ਬੜੇ ਸੋਹਣੇ ਲੱਗਦੇ ਨੇ, ਸੁੰਦਰ। ਇਉਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸ-ਪਾਸ ਬਹੁਤ ਵਧੀਆ ਸੁੰਦਰ ਡੈਕੋਰੇਸ਼ਨ ਕੀਤੀ ਗਈ ਹੈ। ਆਵਤ ਉਡਤ ਹੰਸ ਹੋਏ ਜੈਸੀ, ਮਾਨੋ ਕਿ ਜਿਵੇਂ ਹੰਸ ਆਉਂਦਾ ਹੈ ਤੇ ਹੰਸ ਉੱਡਦਾ ਹੋਵੇ। ਵੇਖਣ ਵਾਲੇ ਨੂੰ ਉਹਦੀ ਚਾਲ ਬੜੀ ਚੰਗੀ ਲੱਗਦੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਤਖਤ ਉੱਤੇ ਬਿਰਾਜਮਾਨ ਹੁੰਦੇ ਆ, ਤੇ ਜਿਹੜੇ ਗੁਰੂ ਕੇ ਕੁਝ ਸਿੱਖ ਤੇ ਸੇਵਾਦਾਰ ਮਾਨੋ ਬਾਡੀਗਾਰਡ ਵਜੋਂ
ਤੇ ਨਾਲ ਹੀ ਚੌਰ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਮਹਾਨ ਜਿਹੜੇ ਗੁਰੂ ਕੇ ਸਿੱਖ ਆ, ਉਹ 6ਵੇਂ ਪਾਤਸ਼ਾਹ ਜੀ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਕਰਦੇ ਆ। ਮਾਨੋ ਜਿਵੇਂ ਹੰਨ ਸੁੱਟਦਾ ਹੋਵੇ, ਜਦੋਂ ਸਤਿਗੁਰਾਂ ਦੇ ਸੀਸ ਉੱਪਰ ਚੌਰ ਝੁੱਲਦਾ ਹੈ। ਭਇਓ ਮੇਵਰ ਖਰੋ ਅਗਾਰੀ। ਮੇਵੜਾ ਜਿਹੜੇ ਸਿੱਖ ਨੂੰ ਆਪਾਂ ਅਰਦਾਸੀਆ ਸਿੱਖ ਵੀ ਕਹਿੰਦੇ ਆ, ਤੇ ਦਰਬਾਰ ਸਾਹਿਬ ਦੇ ਵਿੱਚ ਇਹ ਇੱਕ ਪੋਸਟ ਵੀ ਆ, ਅਰਦਾਸੀਏ ਉੱਥੇ ਸਪੈਸ਼ਲ ਜਿਹੜੇ ਉਹ ਭਰਤੀ ਕੀਤੇ ਜਾਂਦੇ ਆ, ਜਿਨ੍ਹਾਂ ਦਾ ਕਾਜ ਇਹੀ ਆ ਕਿ ਬਸ ਉਹਨਾਂ ਨੇ ਅਰਦਾਸ ਕਰਨੀ ਆ, ਕਿਉਂਕਿ ਜੋ ਪੰਥ ਦੀ ਮਰਿਆਦਾ ਹੈ ਉਹਦੇ ਮੁਤਾਬਕ। ਤਾਂ ਇਹ ਜਿਹੜਾ ਮੇਵੜਾ ਸਿੱਖ ਹੈ, ਮਹਾਰਾਜ ਜੀ ਦੇ ਹਜ਼ੂਰ ਆਣ ਕੇ ਖਲੋਂਦਾ ਹੈ। ਇਤ ਸਿੱਖਿਆ ਨੇ ਅਰਦਾਸ ਉਚਾਰੀ। ਗੁਰੂ ਕੇ ਸਿੱਖਾਂ ਦੇ ਭਲੇ ਦੇ ਵਾਸਤੇ, ਕਿਉਂਕਿ ਦੀਵਾਨ ਦੀ ਮਰਿਆਦਾ ਹੈ, ਕੋਈ ਦੀਵਾਨ ਆਰੰਭ ਕਰਨਾ ਤੇ ਤਾਂ ਵੀ ਅਰਦਾਸ ਕੀਤੀ ਜਾਂਦੀ ਹੈ, ਆਗਿਆ ਲਈ ਜਾਂਦੀ ਹੈ। ਇਸ ਗੁਰੂ ਕੇ ਸਿੱਖ ਨੇ ਸਿੱਖਾਂ ਦੇ ਭਲੇ ਵਾਸਤੇ ਅਰਦਾਸ ਆਰੰਭ ਕੀਤੀ ਹੈ। ਹੁਕਮ ਭਇਓ ਸੰਗਤ ਕੋ ਤਬੈ। ਤੇ ਫਿਰ ਉਸ ਤੋਂ ਬਾਅਦ ਜਿਹੜੀ ਗੁਰੂ ਕੀ ਸੰਗਤ ਆ, ਗੁਰੂ ਕੀ ਸੰਗਤ ਨੂੰ ਜਿਹੜਾ ਸਤਿਗੁਰਾਂ ਦਾ ਕੀ ਹੁਕਮ ਆਉਂਦਾ ਹੈ। ਆਬ ਗੁਰ ਦਰਸੋ ਆਵੋ ਸਭੈ। ਇਹ ਭਾਈ ਹੁਣ ਆਓ ਤੇ ਮੇਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰ ਲਵੋ। ਜਿਹੜੇ ਵਿਸ਼ੇਸ਼ ਜ਼ਿੰਮੇਵਾਰ ਗੁਰੂ ਕੇ ਸਿੱਖ ਆ, ਉਹ ਬਾਕੀ ਸੰਗਤ ਨੂੰ ਆਵਾਜ਼ਾਂ ਦਿੰਦੇ ਆ ਕਿ ਸਤਿਗੁਰਾਂ ਦਾ ਹੁਕਮ ਆ, ਹੁਣ ਭਾਏ ਜਿਨ੍ਹਾਂ ਨੇ ਦਰਸ਼ਨ ਕਰਨੇ ਆ ਉਹ ਵਾਰੀ-ਵਾਰੀ ਆਣ ਕੇ ਦਰਸ਼ਨ ਕਰ ਲਵੋ। ਤੋ ਇਸ ਢੰਗ ਦੇ ਨਾਲ ਇਹ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਸੁਣਾਇਆ ਜਾਂਦਾ ਹੈ। ਸੁਨਤ ਬਾਤ ਉਤਲਾਵਤ ਆਈ। ਜਦੋਂ ਇਸ ਬਾਤ, ਇਸ ਗੱਲ ਨੂੰ ਸੁਣਿਆ, ਉਸ ਸੰਗਤ ਨੇ ਬੜਾ ਉਤਸ਼ਾਹ ਮਨ ਵਿੱਚ ਪੈਦਾ ਹੋਇਆ। ਮਨ ਦੇ ਵਿੱਚ ਬਹੁਤ ਹੀ ਪ੍ਰੇਮ ਜਾਗਿਆ ਹੈ ਕਿ ਹੁਣ ਸਮਾਂ ਆ ਗਿਆ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਾਡਾ ਆਵਾਗਉਣ ਦੁਨੀਆ ਦਾ ਗੇੜ ਮੁੱਕ ਜਾਏਗਾ, 84 ਦੇ ਗੇੜ ਤੋਂ ਅਸੀਂ ਬਚ ਜਾਵਾਂਗੇ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰ ਕੀ ਰੇਣ ਨਿਤ ਮੱਜਨ ਕਰੋ, ਜਨਮ ਜਨਮ ਕੀ ਹਉਮੈ ਮਲ ਹਰੋ। ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਸਤਿਗੁਰੂ ਮੇਰੀ ਜਿੰਦ ਆ, ਮੇਰੇ ਪ੍ਰਾਣ ਮੇਰੇ ਸਵਾਸ, ਤੇ ਐਸੇ ਗੁਰੂ ਤੋਂ ਮੈਂ ਬਲਿਹਾਰ ਜਾਵਾਂ। ਦਰ ਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ। ਦੋਵੇਂ ਹੱਥ ਜੋੜ ਕੇ ਮੈਂ ਤੇਰੇ ਦਰ 'ਤੇ ਖੜਾ ਹਾਂ। ਤੇਰੇ ਤੋਂ ਬਿਨਾਂ ਹੋਰ ਕੌਣ ਮੇਰੀ ਸੁਰਤ ਲੈਣ ਵਾਲਾ, ਹਾਲ ਚਾਲ ਪੁੱਛਣ ਵਾਲਾ। ਸੱਚੇ ਪਾਤਸ਼ਾਹ ਆਪਣੀ ਮਿਹਰ ਦਾ ਦਰਵਾਜ਼ਾ ਖੋਲ੍ਹ ਕੇ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰ। ਤਾਂ ਹੁਣ ਸੰਗਤ ਦੇ ਵੱਡੇ ਭਾਗ ਬਣ ਗਏ। ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੇ ਉਮਾ ਦੇ ਵਿੱਚ ਆਈਆਂ ਹਨ। ਧਰੇ ਉਪਾਇਨ ਗਣ ਅਗਵਾਈ। ਮਹਾਰਾਜ ਜੀ ਦੇ ਚਰਨਾਂ ਵਿੱਚ ਲਿਆ ਕੇ ਸੰਗਤ ਭੇਟਾ ਰੱਖਦੀ ਹੈ ਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਨ। ਦਰਸ਼ਨ ਕਰ ਕਰ ਜੋਰਤ ਹੱਥ। ਦੋਵੇਂ ਹੱਥ ਜੋੜੇ ਆ ਗੁਰੂ ਕੀ ਸੰਗਤ ਨੇ, ਮਾਈ ਭਾਈ ਨੇ, ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਦੇ ਸੰਗਤ ਦਰਸ਼ਨ ਕਰਦੀ ਹੈ। ਪਾਏ ਕਾਮਨਾ ਸਰਦਾ ਸਾਥ। ਜੋ ਵੀ ਉਹਨਾਂ ਦੇ ਮਨ ਦੀ ਕਾਮਨਾ ਹੈ, ਸ਼ਰਧਾ ਧਾਰ ਕੇ ਜਿਹੜੇ ਮਾਈ ਭਾਈ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ,
ਮਹਾਰਾਜ ਉਹਨਾਂ ਦੀਆਂ ਭਾਵਨਾਵਾਂ ਸੰਪੂਰਨ ਕਰਦੇ ਹਨ। ਆਨ ਗਣ ਦਰਬ ਚੜਿਓ ਗੁਰ ਆਗੇ। ਸਤਿਗੁਰਾਂ ਦੇ ਅੱਗੇ ਇੰਨਾ ਧਨ ਚੜ ਗਿਆ, ਮਾਨੋ ਜਿਵੇਂ ਮਾਇਆ ਦਾ ਢੇਰ ਲੱਗਾ ਹੋਵੇ। ਕਵੀ ਸਾਹਿਬ ਜੀ ਲਿਖਦੇ ਆ, ਜਿਸ ਨੂੰ ਗਿਣਨਾ ਵੀ ਔਖਾ ਹੋ ਗਿਆ, ਕਿਉਂਕਿ ਸੰਗਤ ਨੇ ਆਪਣਾ ਦਸਵੰਧ ਜੋ ਮਾਇਆ ਕਾਰ ਭੇਟਾ ਲਿਆਂਦੀ ਆ, ਗੁਰੂ ਸਾਹਿਬ ਜੀ ਦੇ ਅੱਗੇ ਵੱਡੀਆਂ ਭੇਟਾਵਾਂ ਖੁੱਲੀ ਮਾਇਆ ਸੰਗਤ ਨੇ ਨਮਸਕਾਰ ਕੀਤੀ ਹੈ। ਹਰ ਪਹਿਚਾਨੇ ਸਫਲ ਸੁਭਾਗੇ। ਉਹਨਾਂ ਨੂੰ ਪਤਾ ਹੈ ਵੀ ਇਸ ਥਾਂ ਤੇ ਆਈ ਹੋਈ ਮਾਇਆ ਨੇ ਸਾਡਾ ਜਨਮ ਸਫਲਾ ਕਰ ਦੇਣਾ ਹੈ। ਗੁਰਮੁਖ ਸਭ ਪਵਿੱਤ ਹੈ, ਧਨ ਸੰਚੈ ਮਾਇਆ, ਹਰ ਅਰਥ ਜੋ ਖਰਚਦੇ ਦਿਨ ਦੇ ਸੁਖ ਪਾਇਆ। ਜਿਹੜੀ ਮਾਇਆ ਗੁਰੂ ਦੇ ਕਾਰਜਾਂ ਦੇ ਵਾਸਤੇ ਖਰਚੀ ਜਾਏ ਉਹ ਸਫਲ ਹੋ ਜਾਂਦੀ ਆ, ਜੀਵ ਦੇ ਵਾਸਤੇ ਸਹਾਇਕ ਬਣ ਜਾਂਦੀ ਹੈ, ਮਾਨੋ ਨਾਲ ਚਲੇ ਜਾਂਦੀ ਹੈ। ਦੁਨੀਆ ਤੋਂ ਜਾਣ ਲੱਗਿਆ ਜਿਹੜੇ ਧਰਮ ਦੇ ਕਾਰਜਾਂ ਵਾਸਤੇ ਖਰਚੀ ਜਾਏ ਤੋ ਸੰਗਤ ਨੇ ਬੇਅੰਤ ਭੇਟਾਵਾਂ ਨਮਸਕਾਰ ਕੀਤੀ ਹੈ। ਆਵਨ ਸਿੱਖਿਆਨ ਕਰਿਓ ਸਕਾਰਥ। ਸਿੱਖ ਮਾਈ ਭਾਈ ਆਉਂਦੇ ਆ ਸਤਿਗੁਰਾਂ ਦੇ ਹਜ਼ੂਰ, ਬੇਅੰਤ ਸਿੱਖ ਸੰਗਤਾਂ ਆਉਂਦੀਆਂ ਨੇ ਤੇ ਕਰਿਓ ਸਕਾਰਥ। ਆਪਣਾ ਜਿਹੜਾ ਜਨਮ ਆ ਨਾ ਉਹ ਸਫਲ ਸੰਗਤ ਕਰਦੀ ਹੈ। ਸਰਬ ਰੀਤ ਕਰ ਭਏ ਕਿਰਤਾਰਥ। ਜੈਸੇ ਵੀ ਗੁਰੂ ਘਰ ਦੀ ਮਰਿਆਦਾ ਉਸੇ ਤਰ੍ਹਾਂ ਸੰਗਤ ਕਰਦੀ ਹੈ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਹਿਰਦਿਆਂ ਨੂੰ ਕਿਰਤਾਰਥ ਕਰਦੇ ਆ। ਉਹਨਾਂ ਦੇ ਮਨ ਮਾਇਆ ਵਾਲੇ ਪਾਸਿਓਂ ਰੱਜ ਜਾਂਦੇ ਨੇ, ਭਾਵ ਮਨ ਦੀ ਜਿਹੜੀ ਤ੍ਰਿਸ਼ਨਾ ਉਹ ਖਤਮ ਹੋ ਜਾਂਦੀ ਹੈ। ਸਵਾ ਜਾਮ ਗੁਰ ਦਰਸ਼ਨ ਦੀਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਵਾ ਜਾਮ, ਮਾਨੋ ਕਿ 3 ਘੰਟਿਆਂ ਤੋਂ ਵੀ ਜ਼ਿਆਦਾ ਸਮਾਂ ਇਹ ਬਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਭਾਈ ਕੀ ਡਰੌਲੀ ਵਿਖੇ ਵਿਸਾਖੀ ਦਾ ਦੀਵਾਨ ਸਜਦਾ, ਜਿਵੇਂ ਅੱਜ ਵੀ ਦੀਵਾਨ ਸਜਦੇ ਆ। ਤੇ ਗੁਰੂ ਸਾਹਿਬ ਜੀ ਮਾਨੋ ਖੁੱਲ੍ਹਾ ਸਮਾਂ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ। ਪੁਨ ਭੋਜਨ ਹਿਤ ਉੱਠੇ ਪਰ ਬਿਨ। ਗੁਰੂ ਸਾਹਿਬ ਜੀ ਜਿਹੜਾ ਸਾਰਾ ਕੁਝ ਜਾਣਨ ਵਾਲੇ ਬੜੇ ਹੀ ਪ੍ਰਵੀਨ ਆ, ਹੁਣ ਮਹਾਰਾਜ ਜੀ ਭੋਜਨ ਛਕਣ ਵਾਸਤੇ ਉੱਠੇ ਹਨ। ਜੈ ਜੈਕਾਰ ਹੋਤ ਚੋਂ ਫੇਰੇ। ਚਾਰੇ ਪਾਸਿਆਂ ਤੋਂ ਜੈ ਜੈਕਾਰ ਹੋਈ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਹਾਡੀ ਜੈ ਜੈਕਾਰ। ਜਿੰਨੀ ਸੰਗਤ ਆਈ ਚਾਰੇ ਪਾਸਿਆਂ ਤੋਂ ਸੰਗਤਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਜਸ ਕੀਤਾ ਹੈ। ਪੁਨ ਗਏ ਸਦਨ ਕੋ ਗੁਰ ਹਿਤ ਤਿਸ ਬੀਰੇ। ਫਿਰ ਗੁਰੂ ਸਾਹਿਬ ਜੀ ਆਪਣਾ ਜਿੱਥੇ ਰਿਹਾਇਸ਼ ਆ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ ਦੀ, ਉਸ ਆਪਣੇ ਘਰ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉੱਥੇ ਪ੍ਰਵੇਸ਼ ਕਰਦੇ ਹਨ। ਦੇਗ ਵਿਸਾਲ ਹੋਤ ਗੁਰ ਕੇਰੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਹੈ ਤੇ ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਜਿਹੜੇ ਸਿੱਖ ਸੇਵਕ ਆ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ, ਇਹ ਗੁਰੂ ਸਾਹਿਬ ਜੀ ਨੂੰ ਭੋਜਨ ਛਕਾਉਂਦੇ ਹਨ। ਕਰਹਿ ਤਿਆਰ ਨਿਚ ਦਿਵਸ ਕਨੇਰੀ। ਤੇ ਬੜੀ ਭਾਵਨਾ ਦੇ ਨਾਲ ਗੁਰੂ ਮਹਾਰਾਜ ਜੀ ਦੇ ਛਕਣ ਦੇ ਵਾਸਤੇ ਦਿਨ ਤੇ ਰਾਤ ਸਤਿਗੁਰੂ ਮਹਾਰਾਜ ਜੀ ਦੇ ਭੋਜਨ ਕਰਨ ਵਾਸਤੇ ਇਹ ਪ੍ਰਸ਼ਾਦ ਤਿਆਰ ਕਰਦੇ ਆ। ਕੜਾਹ ਪ੍ਰਸ਼ਾਦ ਦੀ ਦੇਗ ਵੀ ਬਣਾਈ ਜਾਂਦੀ ਹੈ ਸੰਗਤ ਵਿੱਚ ਵਰਤਾਉਣ ਵਾਸਤੇ ਤੇ ਗੁਰੂ ਮਹਾਰਾਜ ਜੀ ਦੇ ਛਕਣ ਵਾਸਤੇ ਵੀ ਸਿਮਰਨ ਕਰਦਿਆਂ ਬੰਦਗੀ ਕਰਦਿਆਂ
ਦੇਗ ਤਿਆਰ ਕਰਦੇ ਹਨ। ਲੋਕ ਅਨੇਕ ਸੁਅਚਿ ਆਹਾਰਾ। ਹੋਰ ਵੀ ਮਾਈ ਭਾਈ ਕਾਫੀ ਲੋਕ ਆਉਂਦੇ ਆ, ਉਹ ਵੀ ਆਣ ਕੇ ਇੱਥੇ ਖੁੱਲੇ ਭੰਡਾਰੇ ਵਿੱਚ ਗੁਰੂ ਕੇ ਲੰਗਰ ਛਕਦੇ ਹਨ। ਨਹਿ ਪਇਤ ਕਿਮ ਸਮੈ ਸ਼ੁਮਾਰਾ। ਇਹ ਭਾਈ ਉਹਨਾਂ ਦੀ ਕੀ ਗਿਣਤੀ ਕੀਤੀ ਜਾਏ। ਬੇਅੰਤ ਸੰਗਤਾਂ ਆਣ ਕੇ ਸਤਿਗੁਰਾਂ ਦੀ ਹਜ਼ੂਰ ਲੰਗਰ ਪ੍ਰਸ਼ਾਦ ਪਾਣੀ ਛਕਦੇ ਹਨ। ਤੀਨ ਦਿਵਸ ਮੇਲਾ ਵੱਡ ਰਹਿਓ। ਇਹ ਜਿਹੜਾ ਮੇਲਾ ਹੈ ਮਾਨੋ 3 ਦਿਨ ਚੱਲਦਾ ਹੈ। ਵਿਸਾਖੀ ਦਾ ਜੋੜ ਮੇਲਾ, ਇਹ 3 ਦਿਨ ਬੜਾ ਖੁੱਲਾ ਜੋੜ ਮੇਲਾ ਚੱਲਦਾ ਰਿਹਾ ਹੈ। ਭਾਉ ਸਹਿਤ ਗੁਰ ਦਰਸ਼ਨ ਲਹਿਓ। ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸੰਗਤਾਂ ਨੇ ਦਰਸ਼ਨ ਕੀਤੇ। ਗੁਰੂ ਸਾਹਿਬ ਜੀ ਦੇ ਸੰਗਤ ਨੇ ਚਰਨ ਪਰਸੇ ਹਨ। ਦੇ ਦੇ ਸਿਰ ਪਾਉ ਗੁਰ ਫੀਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿਰੋਂ ਪਾਉ ਦੇ ਕੇ ਨਿਵਾਜਣਾ ਕੀਤਾ ਹੈ। ਕਰੇ ਬਿਸਰ ਜਨ ਜਿਤ ਕਿਤ ਕੀਰ। ਜਿੱਥੇ ਕਿੱਥੋਂ ਵੀ ਸੰਗਤ ਆਈ ਹੈ ਸਾਰਿਆਂ ਦਾ ਹੀ ਬੜਾ ਸਨਮਾਨ ਕੀਤਾ ਗਿਆ ਹੈ। ਚਾਹ ਦਿਸ ਕੀ ਪਰ ਪ੍ਰਸਥਾਨ ਪਰਸਥਾਨੇ। ਜਿਹੜੇ ਚਾਰੇ ਪਾਸਿਆਂ ਤੋਂ ਦੂਰ ਦਰਾਡਿਓਂ ਸਿੱਖ ਮਾਈ ਭਾਈ ਆਏ, ਗੁਰੂ ਸਾਹਿਬ ਜੀ ਤੋਂ ਸਿਰੋਂ ਪਾਉ ਇਹ ਲੈ ਕੇ ਤੇ ਫਿਰ ਚਲੇ ਜਾਂਦੇ ਹਨ। ਹੋਰ ਜਸ ਕਰਤੇ ਜਾਤ ਮਹਾਨੇ। ਜਾਂਦੇ ਜਾਂਦਿਆਂ ਵੀ ਰਸਤੇ ਦੇ ਵਿੱਚ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਜਸ ਹੀ ਗਾਉਂਦੇ ਹਨ। ਜਿਵੇਂ ਅੱਜ ਵੀ ਸੰਗਤਾਂ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦੀਆਂ ਨੇ। ਬੇਅੰਤ ਸੰਗਤਾਂ ਆਈਆਂ ਤੇ ਵਾਪਸ ਜਾਂਦੀਆਂ ਨੇ ਤੇ ਸਤਿਗੁਰਾਂ ਦਾ ਸਿਮਰਨ ਕਰਦੀਆਂ ਜਾਂਦੀਆਂ ਨੇ। ਅਗਲੇਰਾ ਜੋ ਇਤਿਹਾਸ ਹੈ ਉਹ ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਅੱਗੋਂ ਇਸ ਪ੍ਰਸੰਗ ਨੂੰ ਤੋਰਿਆ ਜਾਏਗਾ। ਤੋ ਗੁਰੂ ਕੀ ਸੰਗਤ ਨੂੰ ਬੇਨਤੀ ਹੈ, ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ 14 ਅਪ੍ਰੈਲ 2 ਵਿਸਾਖ ਦਿਨ ਐਤਵਾਰ ਨੂੰ ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨਾਂ ਨੇ ਇਕੱਤਰ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਅੰਮ੍ਰਿਤ ਬਲਾਖੀਆਂ ਨੂੰ ਗੁਰੂ ਦੇ ਲੜ ਲਾਉਣਾ। ਵੱਡਿਆਂ ਭਾਗਾਂ ਦੇ ਨਾਲ ਇਹ ਸਮਾਂ ਬਣਦਾ ਹੈ। ਜਿਸ ਮਾਈ ਭਾਈ ਨੇ ਦਾਤ ਪ੍ਰਾਪਤ ਕਰਨੀ ਉਹਨਾਂ ਨੂੰ ਬੇਨਤੀ ਹੈ, ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਗੋਇੰਦਵਾਲ ਸਾਹਿਬ ਕੇਸ਼ੀ ਇਸ਼ਨਾਨ ਕਰਕੇ 10 ਵਜੇ ਪੁੱਜ ਜਾਣ। ਠੀਕ 12 ਵਜੇ ਸਿੰਘ ਸਾਹਿਬਾਨਾਂ ਵੱਲੋਂ ਖੰਡੇ ਕੀ ਪੌਲ ਤਿਆਰ ਕੀਤੀ ਜਾਏਗੀ। ਪੀਓ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ। ਅੰਮ੍ਰਿਤ ਛਕੀਏ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ।